ਨਮਸਕਾਰ, ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਜਿਸ ਤਰ੍ਹਾਂ ਸਾਰੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਤੀਸਰੀ ਜੰਗ ਦਾ ਜਿਹੜਾ ਡਰ ਹੈ ਉਹ ਸਭ ਦੇ ਮਨਾਂ ਵਿੱਚ ਛਾਇਆ ਹੋਇਆ, ਤੇ ਰੂਸ ਤੇ ਯੂਕਰੇਨ ਦੇ ਵਿਚਾਲੇ ਜਿਹੜੀ ਲੜਾਈ ਸ਼ੁਰੂ ਹੋਈ ਹੈ, ਟਕਰਾਅ ਸ਼ੁਰੂ ਹੋਇਆ, ਉਸ ਨੇ ਕਈ ਤਰ੍ਹਾਂ ਦੇ ਮਾਨਵਤਾ ਲਈ ਖਤਰੇ ਪੈਦਾ ਕਰ ਦਿੱਤੇ ਆ। ਅਜੇ ਮਾਨਵਤਾ ਕਰੋਨਾ ਦੀ ਮਹਾਮਾਰੀ ਵਿੱਚੋਂ ਪੂਰੀ ਤਰ੍ਹਾਂ ਬਾਹਰ ਵੀ ਨਹੀਂ ਆਈ ਕਿ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਜੇ ਉਸ ਦੇ ਇਲਾਜ ਲਈ, ਉਸ ਦੇ ਮੈਡੀਸਨ ਦੇ ਲਈ ਦੁਨੀਆ ਭਰ ਵਿੱਚ ਅਜੇ ਸਾਰਾ ਇਲਾਜ ਚੱਲ ਰਿਹਾ ਹੈਗਾ, ਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵੇਰੀਐਂਟ ਫਿਰ ਆ ਕੇ ਪ੍ਰਗਟ ਹੋ ਜਾਂਦੇ ਆ, ਤੇ ਫਿਰ ਨਵੇਂ ਸਿਰੇ ਤੋਂ ਉਹ ਦੌਰ ਸ਼ੁਰੂ ਹੋ ਜਾਂਦਾ। ਤੇ ਇਸੇ ਦੌਰਾਨ ਹੀ ਇਹ ਜੋ ਕੁਝ ਰੂਸ ਤੇ ਯੂਕਰੇਨ ਵਿੱਚ ਵਾਪਰਿਆ, ਇਸ ਨੂੰ ਟਾਲਿਆ ਵੀ ਜਾ ਸਕਦਾ ਸੀ ਜੇ ਅਮਰੀਕਾ ਔਰ ਉਸਦੇ ਭਾਈਵਾਲ ਨਾਟੋ, ਜਿਸ ਤਰ੍ਹਾਂ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬਾਰ-ਬਾਰ ਇਹ ਕਹਿੰਦੇ ਸੀ ਕਿ ਉਹਨਾਂ ਦੀਆਂ ਜਿਹੜੀਆਂ ਸਿਕਿਉਰਿਟੀ ਕੰਸਰਨਸ ਨੇ, ਸੁਰੱਖਿਆ ਚਿੰਤਾਵਾਂ ਨੇ ਆਪਦੇ ਦੇਸ਼ ਦੇ ਪ੍ਰਤੀ, ਉਹਨਾਂ ਦੇ ਉੱਤੇ ਤੁਸੀਂ ਗੌਰ ਕਰੋ। ਤੇ ਉਹਦੇ ਲਈ ਉਹਨਾਂ ਦੀ ਇੱਕੋ ਹੀ ਗੱਲ ਸੀ ਕਿ ਜਿਹੜੇ ਸੋਵੀਅਤ ਯੂਨੀਅਨ ਦੇ ਸਮੇਂ ਪੂਰਬੀ ਯੂਰਪ ਦੇ ਕੰਟਰੀ ਸੀ, ਉਹਨਾਂ 'ਚ ਤੁਸੀਂ ਨਾਟੋ ਦਾ ਪਸਾਰ ਨਾ ਕਰੋ, ਉਹਨਾਂ ਨੂੰ ਨਾਟੋ ਮੈਂਬਰ ਨਾ ਬਣਾਓ, ਤੇ ਖਾਸ ਕਰਕੇ ਉਹਨਾਂ ਦਾ ਧਿਆਨ ਕੇਂਦਰ ਸੀਗਾ ਯੂਕਰੇਨ ਦੇ ਉੱਤੇ। ਅਮਰੀਕਾ ਤੇ ਨਾਟੋ ਕੰਟਰੀ ਲਗਾਤਾਰ ਯੂਕਰੇਨ ਨੂੰ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਉਸ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਜਾਵੇ, ਆਪਣਾ ਮੈਂਬਰ ਬਣਾਇਆ ਜਾਵੇ, ਪਰ ਰੂਸ ਦੇ ਰਾਸ਼ਟਰਪਤੀ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਤੁਸੀਂ ਨਾਟੋ ਦਾ ਮੈਂਬਰ ਬਣਾਉਣ ਦੇ ਉੱਤੇ ਇੱਕ ਤਾਂ ਨਹੀਂ ਬਣਾਓਗੇ, ਇਸ ਦੀ ਗਰੰਟੀ ਦਿਓ, ਰੋਕ ਲਾਓ, ਔਰ ਦੂਸਰੇ ਥਾਵਾਂ ਤੇ ਵੀ ਜਿਹੜੀ ਇਸ ਤਰ੍ਹਾਂ ਦੀ ਨਾਟੋ ਮੈਂਬਰ ਬਣਾਇਆ ਉਹਨਾਂ ਤੋਂ ਵੀ ਤੁਸੀਂ ਇਸ ਨੂੰ ਰੋਕਿਆ ਜਾਵੇ ਸਾਰੇ ਕੁਝ ਨੂੰ, ਤੇ ਨਾਟੋ ਦਾ ਪਸਾਰ ਇਸ ਢੰਗ ਨਾਲ ਨਾ ਕੀਤਾ ਜਾਵੇ ਕਿ ਰੂਸ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਵੇ। ਪਰ ਉਹਨਾਂ ਧਿਰਾਂ ਨੇ ਉਹਨਾਂ ਦੀ ਇਸ ਗੱਲ ਵੱਲ ਗੌਰ ਨਹੀਂ ਕੀਤਾ, ਤੇ ਆਖਰ ਕਈ ਮਹੀਨਿਆਂ ਦੀ ਕਸ਼ਮਕਸ਼ ਤੋਂ ਬਾਅਦ ਤੇ ਪੁਤਿਨ ਔਰ ਜੋ ਬਾਈਡਨ ਦੇ ਵਿਚਾਲੇ ਕਈ ਗੇੜ ਦੀ ਗੱਲਬਾਤ ਹੋਣ ਤੋਂ ਬਾਅਦ ਵੀ ਇਸ ਮਾਮਲੇ ਦਾ ਹੱਲ ਨਾ ਨਿਕਲਿਆ, ਤੇ ਆਖਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਕਾਇਦਾ ਜਿਹੜੇ ਦੋ ਉੱਥੇ ਵੱਖ-ਵੱਖ ਪ੍ਰਾਂਤ ਸੀਗੇ ਜਿਹੜੇ ਆਜ਼ਾਦੀ ਦੀ ਮੰਗ ਕਰ ਰਹੇ ਸੀ ਯੂਕਰੇਨ ਤੋਂ, ਤੇ ਉਹਨਾਂ ਵਿੱਚ ਲੋਹਾਨਸਕ ਤੇ ਡੋਨੇਤਸਕ, ਇਹਨਾਂ ਦੋਨਾਂ ਦੇ ਲੋਕ ਆਜ਼ਾਦੀ ਦੀ ਮੰਗ ਕਰ ਰਹੇ ਸੀ, ਤਾਂ ਉਹਨਾਂ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇ ਕੇ ਰੂਸ ਨੇ ਤਾਂ ਉੱਥੇ ਆਪਣੀ ਫੌਜ ਜਿਹੜੀ ਹੈ ਅਮਨ ਕਾਇਮ ਕਰਨ ਲਈ ਭੇਜੀ। ਤਾਂ ਉਸ ਤੋਂ ਬਾਅਦ ਉਹਨਾਂ ਨੇ ਹੁਣ ਕਿਹਾ ਕਿ ਅਸੀਂ ਯੂਕਰੇਨ ਦਾ ਸਪੈਸ਼ਲ ਆਪਰੇਸ਼ਨ ਸ਼ੁਰੂ ਕਰ ਦਿੱਤਾ, ਕਿਉਂਕਿ ਅਮਰੀਕਾ ਲਗਾਤਾਰ ਉੱਥੇ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ, ਲਗਾਤਾਰ ਉੱਥੇ ਪੋਲੈਂਡ 'ਚ ਵੀ ਉਹਨੇ ਆਪਣੀਆਂ ਫੌਜਾਂ ਤਾਰ ਦਿੱਤੀਆਂ ਸੀ, ਬਾਲਟਿਕ ਕੰਟਰੀ 'ਚ ਵੀ ਤਾਰ ਦਿੱਤੀਆਂ ਸੀ। ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ, ਇਸ ਦੇ ਵਿੱਚ ਮਾਨਵਤਾ ਨੂੰ ਕੀ ਨੁਕਸਾਨ ਹੋਏਗਾ ਤੇ ਕਿਸ ਤਰ੍ਹਾਂ ਅੱਗੇ ਹੀ ਮਾਨਵਤਾ ਜਿਹੜੀ ਹੈ ਬੜੇ ਕਰੋਨਾ ਮਹਾਮਾਰੀ ਦੇ ਦੌਰ 'ਚੋਂ ਨਿਕਲ ਰਹੀ ਹੈ, ਇਸ ਸਬੰਧ ਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਉੱਘੇ ਡਾਕਟਰ ਅਰੁਣ ਮਿੱਤਰਾ ਜੀ ਮੌਜੂਦ ਨੇ, ਜਿਹੜੇ ਕਿ ਬਕਾਇਦਾ ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ ਦੇ ਕੋ ਪ੍ਰੈਜ਼ੀਡੈਂਟ ਨੇ, ਤੇ ਇਸ ਤਰ੍ਹਾਂ ਹੀ ਉਹ ਵਾਈਸ ਪ੍ਰੈਜ਼ੀਡੈਂਟ ਨੇ ਇੰਡੀਅਨ ਡਾਕਟਰਸ ਫਾਰ ਪੀਸ ਐਂਡ ਡਿਵੈਲਪਮੈਂਟ ਦੇ। ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਸ ਨਾਲ ਮਾਨਵਤਾ ਨੂੰ ਕਿਸ ਕਿਸ ਤਰ੍ਹਾਂ ਦੇ ਖਤਰੇ ਪੈਦਾ ਹੋ ਸਕਦੇ ਆ, ਤੇ ਕੀ ਇਸ ਜੰਗ ਨੂੰ ਰੋਕਿਆ ਜਾ ਸਕਦਾ ਹੈ, ਕੀ ਕਿਤੇ ਇਹ ਜੰਗ ਪਰਮਾਣੂ ਜੰਗ ਵੱਲ ਤਾਂ ਨਹੀਂ ਵੱਧ ਜਾਏਗੀ। ਤੇ ਡਾਕਟਰ ਅਰੁਣ ਮਿੱਤਰਾ ਜੀ ਨੂੰ ਮੈਂ ਪਹਿਲਾਂ ਜੀ ਆਇਆਂ ਆਖਦਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਧੰਨਵਾਦ ਜੰਡੂ ਜੀ। ਹਾਂਜੀ ਠੀਕ। ਡਾਕਟਰ ਸਾਹਿਬ, ਇਹ ਤੁਸੀਂ ਇਹ ਜਿਹੜੀ ਰੂਸ ਤੇ ਯੂਕਰੇਨ ਦੇ ਵਿੱਚ ਲੜਾਈ ਜਿਹੜੀ ਸ਼ੁਰੂ ਹੋ ਗਈ ਹੈ, ਤੇ ਇਸ ਨਾਲ ਤੀਸਰੀ ਜੰਗ ਦਾ ਜਿਹੜਾ ਵਿਸ਼ਵ ਜੰਗ ਦਾ ਖਤਰਾ ਪੈਦਾ ਹੋ ਗਿਆ, ਤੁਸੀਂ ਇਸ ਨੂੰ ਦੇ ਬਾਰੇ ਕੀ ਅਰਥ ਲੈਂਦੇ ਹੋ ਔਰ ਕਿਸ ਤਰ੍ਹਾਂ ਇਹਨੂੰ ਸਾਰੇ ਦ੍ਰਿਸ਼ ਨੂੰ ਦੇਖ ਰਹੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਅੱਜ ਦਾ ਭਖਦਾ ਮਸਲਾ, ਇਹ ਬਹੁਤ ਹੀ ਮੰਦਭਾਗੀ ਹਾਲਾਤ ਹਨ ਜਿਸ ਤੇ ਕਿ ਦੁਨੀਆ ਅੱਜ ਪਹੁੰਚ ਚੁੱਕੀ ਹੈ। ਕੁਝ ਮਹੀਨੇ ਹੋ ਗਏ, ਉਦੋਂ ਤੋਂ ਹੀ ਇਹ ਗੱਲ ਚੱਲ ਰਹੀ ਸੀ ਕਿ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਾ ਬਣਾਇਆ ਜਾਏ, ਕਿਉਂਕਿ ਰੂਸ ਦਾ ਬਾਰਡਰ ਯੂਕਰੇਨ ਨਾਲ ਲੱਗਦਾ ਹੈ, ਉਹ ਕਾਫੀ ਵੱਡਾ ਹੈ। ਬਾਕੀ ਨਾਟੋ ਮੈਂਬਰ ਯੂਕਰੇਨ ਤੋਂ ਪਰੇ ਹਨ। ਇੰਜ ਜਾਪਦਾ ਹੈ ਕਿ ਨਾਟੋ ਦੀ ਤੇ ਅਮਰੀਕਾ ਦੀ ਇਹ ਪਹੁੰਚ ਸੀ ਕਿ ਜੇ ਯੂਕਰੇਨ ਸਾਡਾ ਨਾਟੋ ਦਾ ਮੈਂਬਰ ਬਣ ਜਾਂਦਾ ਹੈ ਤਾਂ ਉਹ ਬਿਲਕੁਲ ਰੂਸ ਦੀਆਂ ਹੱਦਾਂ ਤੇ ਆ ਕੇ ਬੈਠ ਜਾਣਗੇ, ਰੂਸ ਦੇ ਸਿਰ ਤੇ ਆ ਕੇ ਬੈਠ ਜਾਣਗੇ। ਹਾਂਜੀ ਹਾਂ।
ਸ਼ਾਇਦ ਇਹੀ ਕਾਰਨ ਸੀ ਕਿ ਪੁਤਿਨ ਵਾਰ-ਵਾਰ ਇਸ ਗੱਲ ਨੂੰ ਕਹਿ ਰਹੇ ਸੀ ਕਿ ਇਹ ਤੁਸੀਂ ਨਾ ਕਰੋ, ਇਹਦੇ ਨਾਲ ਹਾਲਾਤ ਖਰਾਬ ਹੋਣਗੇ, ਤੇ ਹਾਲਾਤ ਖਰਾਬ ਹੋ ਗਏ। ਬਹੁਤ ਮੰਦਭਾਗੀ ਯਾਨੀ ਘਟਨਾ ਹੈ। ਅਜੋਕੇ ਸਮੇਂ ਜਦੋਂ ਕਿ ਅੱਜ ਪਰਮਾਣੂ ਹਥਿਆਰ ਰੂਸ ਕੋਲ ਵੀ ਬਹੁਤ ਹਨ ਤੇ ਅਮਰੀਕਾ ਕੋਲ ਵੀ ਬਹੁਤ ਹਨ। ਦੁਨੀਆ ਵਿੱਚ ਲਗਭਗ 17,000 ਪਰਮਾਣੂ ਹਥਿਆਰ ਹਨ, ਜਿਨ੍ਹਾਂ ਵਿੱਚੋਂ ਤੁਸੀਂ ਕਹਿ ਸਕਦੇ ਹੋ ਕਿ 80% ਇਹਨਾਂ ਦੋਨਾਂ ਮੁਲਕਾਂ ਕੋਲ ਹੀ ਹਨ। ਜੇ ਐਸੀ ਸਥਿਤੀ ਅਗਰ ਹੋਰ ਖਰਾਬ ਹੋ ਗਈ, ਤੇ ਜਿਵੇਂ ਹਾਲਾਤ ਹੈ ਕਿ ਅਮਰੀਕਾ ਦੇ ਅੰਦਰ ਬਾਈਡਨ ਦੀ ਪੋਜੀਸ਼ਨ ਅਫਗਾਨਿਸਤਾਨ ਦੇ ਵਿੱਚੋਂ ਜਾਣ ਤੋਂ ਬਾਅਦ ਥੋੜੀ ਕਮਜ਼ੋਰ ਹੋਈ ਹੈ। ਹੁਣ ਵੀ ਜੇ ਉਹਨੂੰ ਉਕਸਾਇਆ ਜਾਏਗਾ ਰਿਪਬਲਿਕਨ ਵੱਲੋਂ ਜਾਂ ਹੋਰਾਂ ਵੱਲੋਂ ਕਿ ਤੂੰ ਅਮਰੀਕਾ ਦੀ ਸਾਖ ਡੇਗ ਦਿੱਤੀ, ਤੇ ਕੁਝ ਨਹੀਂ ਪਤਾ, ਐਸੇ ਹਾਲਾਤ ਵਿੱਚ ਕੋਈ ਵੀ ਵਿਅਕਤੀ ਜਦੋਂ ਆਂਦਾ ਹੈ ਉਹ ਫਿਰ ਬਟਨ ਦਬਾ ਵੀ ਸਕਦਾ ਹੈ। ਜੇ ਐਸੀ ਕੋਈ ਸਥਿਤੀ ਆ ਗਈ ਫਿਰ ਤੇ ਦੁਨੀਆ ਜਿਹੜੀ ਹੈ ਅੱਤ ਦੀ ਤਬਾਹੀ ਦੇ ਕੰਢੇ ਤੇ ਆ ਜਾਏਗੀ। ਇਹ ਬਹੁਤ ਵੱਡਾ ਰਿਸਕ ਇਸ ਵੇਲੇ ਹੈ। ਯੂਕਰੇਨ ਤਾਂ ਰੂਸ ਦਾ ਮੁਕਾਬਲਾ ਨਹੀਂ ਕਰ ਪਾਏਗਾ, ਉਹ ਤਾਂ ਸਾਫ਼ ਹੈ। ਪਰ ਇਸ ਤੋਂ ਹੋਰ ਵੀ ਸਾਫ਼ ਹੋਈ ਹੈ ਕਿ ਨਾਟੋ ਦੇ ਉਕਸਾਉਣ ਤੇ ਯੂਕਰੇਨ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਇਹ ਦੁਨੀਆ ਭਰ ਦੇ ਲਈ ਸਬਕ ਹੈ ਕਿ ਕਿਸੇ ਵੀ ਮੁਲਕ ਨੂੰ ਦੂਸਰੇ ਦੇ ਉਕਸਾਉਣ ਤੇ ਨਹੀਂ ਆਉਣਾ ਚਾਹੀਦਾ। ਇੱਕ ਅਮਨ ਤੇ ਸ਼ਾਂਤੀ ਦਾ ਪੈਗਾਮ ਤੇ ਵਿਕਾਸ ਦੀ ਗੱਲ ਕਰਕੇ ਸਾਹਮਣੇ ਅੱਗੇ ਜਾਣਾ ਚਾਹੀਦਾ ਹੈ। ਹਥਿਆਰਾਂ ਦੀ ਦੌੜ ਦੇ ਨਾਲ, ਜੰਗ ਦੇ ਨਾਲ ਤੇ ਮਿਲਟਰੀ ਸ਼ਕਤੀ ਨੂੰ ਵਧਾ ਕੇ ਤੁਸੀਂ ਕਦੇ ਵੀ ਦੁਨੀਆ ਜਾਂ ਦੇਸ਼ ਦਾ ਵਿਕਾਸ ਨਹੀਂ ਕਰ ਸਕਦੇ। ਕਿਸੇ ਵੀ ਮੁਲਕ ਦਾ ਜੋ ਵਿਕਾਸ ਹੈ ਉਹ ਅਮਨ ਤੇ ਸ਼ਾਂਤੀ ਦੇ ਵੈਸੇ ਵੀ ਇਹ ਕਹਿ ਰਿਹਾ ਕਿ ਇਸ ਵੇਲੇ ਦੁਨੀਆ ਦੇ ਅੰਦਰ ਹਥਿਆਰਾਂ ਦੇ ਉੱਤੇ 2020 ਦਾ ਜਿਹੜਾ ਅੰਕੜਾ ਦੱਸ ਰਿਹਾ ਹੈ ਕਿ 1981 ਬਿਲੀਅਨ ਡਾਲਰ ਖਰਚ ਕੀਤੇ ਗਏ ਆ। ਜੀ ਇਹ ਜੋ ਪਿਛਲੇ ਸਾਲ ਨਾਲੋਂ 2.6% ਵੱਧ ਹੈ। ਮਤਲਬ ਖਰਚਾ ਵੱਧ ਰਿਹਾ ਹੈ। ਜਦੋਂ ਕਿ ਇੱਕ ਪਾਸੇ ਕਰੋਨਾ ਦੀ ਮਹਾਮਾਰੀ ਤੇ ਸਾਨੂੰ ਕਿੰਨੇ ਪੈਸੇ ਦੀ ਲੋੜ ਸੀ, ਹਾਲੇ ਵੀ ਹੈ। ਹਾਲੇ ਵੀ ਕੋਈ ਕਰੋਨਾ ਖਤਮ ਨਹੀਂ ਹੋ ਗਿਆ। ਹਾਲੇ WHO ਨੇ ਨਹੀਂ ਕਿਹਾ, WHO ਨੇ ਹਾਲੇ ਵੀ ਇਹੀ ਕਿਹਾ ਕਿ ਜੋ ਨਵੇਂ ਵੇਰੀਐਂਟ ਨੂੰ ਹਾਲੇ ਦੇਖੋ, ਇੰਨੀ ਜਲਦੀ ਲੋਕ ਬਿਲਕੁਲ ਹੀ ਅਵੇਸਲੇ ਨਾ ਹੋਣ। WHO ਨੇ ਬਿਲਕੁਲ ਵੀ ਹਾਲੇ ਕੋਈ ਹਰੀ ਝੰਡੀ ਨਹੀਂ ਦਿਖਾਈ ਹੈ। ਇਹਨਾਂ ਹਾਲਾਤਾਂ ਦੇ ਵਿੱਚ ਕੇਵਲ ਕਰੋਨਾ ਹੀ ਨਹੀਂ ਹੈ, ਕੇਵਲ COVID-19 ਨਹੀਂ ਹੈ, ਹੋਰ ਵੀ ਜੋ ਬਿਮਾਰੀਆਂ ਦੁਨੀਆ ਵਿੱਚ ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ, ਜਿਵੇਂ ਕਿ ਕੈਂਸਰ ਹੋ ਗਿਆ ਜਾਂ ਦਿਲ ਦੀਆਂ ਬਿਮਾਰੀਆਂ ਹੋ ਗਈਆਂ, ਸ਼ੂਗਰ ਦੀ ਬਿਮਾਰੀ ਹੋ ਗਈ, ਤੇ ਪੇਚਿਸ਼ ਦੇ ਰੋਗ ਹੋ ਗਏ, ਹੈਜ਼ਾ ਹੋ ਗਿਆ, ਮਲੇਰੀਆ ਹੋ ਗਿਆ, ਡੇਂਗੂ ਬੁਖਾਰ ਹੋ ਗਿਆ, ਇਹ ਸਾਰੇ ਹਾਲੇ ਚੱਲ ਰਹੇ ਹਨ। ਗੁਰਦਿਆਂ ਦੀਆਂ ਬਿਮਾਰੀਆਂ ਹੋ ਗਈਆਂ, TB ਹੋ ਗਈ। TB ਇੰਨੀ ਜ਼ਿਆਦਾ ਹੈ ਦੁਨੀਆ ਵਿੱਚ, ਖਾਸ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ। ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜ਼ਿਆਦਾ ਹੈ। ਉਹ ਇਹ ਸਾਰੀਆਂ ਜੋ ਬਿਮਾਰੀਆਂ ਹਨ ਪਿਛਲੇ ਸਮੇਂ, ਕਿਉਂਕਿ ਕੋਵਿਡ ਇੱਕ ਆਪਾਤਕਾਲੀਨ ਸਥਿਤੀ ਹੋ ਗਈ, ਇਸ ਕਰਕੇ ਇਹ ਸਾਰੀਆਂ ਬਿਮਾਰੀਆਂ ਇਗਨੋਰ ਹੋ ਗਈਆਂ। ਹੁਣ ਇਹਦੇ ਕੇਸ ਸਾਹਮਣੇ ਆ ਰਹੇ। ਉਹਨਾਂ ਦੇ ਉੱਪਰ ਖਰਚਾ ਕਰਨ ਦੀ ਲੋੜ ਹੈ ਸਾਰੀ ਦੁਨੀਆ ਨੂੰ ਇਕਮੁੱਠ ਹੋ ਕੇ। ਤੇ ਜੇ ਹੁਣ ਜੋ ਵੱਡੀਆਂ ਤਾਕਤਾਂ ਅਮਰੀਕਾ ਤੇ ਰੂਸ ਇਸ ਹਾਲਾਤ ਦੇ ਵਿੱਚ ਅਗਰ ਜੰਗ ਵਿੱਚ ਸਾਰੇ ਵਰਲਡ ਨੂੰ ਧੱਕਦੀਆਂ ਹਨ ਤਾਂ ਬਹੁਤ ਹੀ ਇਹ ਮੰਦਭਾਗੀ ਘਟਨਾ ਹੋਏਗੀ। ਬਿਮਾਰੀਆਂ ਦੀ ਹਾਲਤ ਹੋਰ ਖਰਾਬ ਹੋਏਗੀ। ਵਿਕਾਸਸ਼ੀਲ ਦੇਸ਼ ਜਾਂ ਅਸੀਂ ਕਹਿੰਦੇ ਕਿ ਲੋ ਐਂਡ ਮਿਡਲ ਇਨਕਮ ਗਰੁੱਪ ਕੰਟਰੀਜ਼, ਥੋੜੀ ਤੇ ਮੱਧਮ ਆਮਦਨ ਵਾਲੇ, ਜੋ ਆਮਦਨੀ ਵਾਲੇ ਦੇਸ਼ ਹਨ, ਜਿਨ੍ਹਾਂ ਭਾਰਤ ਵੀ ਇੱਕ ਹੈ ਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ। ਡਾਕਟਰ ਸਾਹਿਬ, ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਇਸ ਵੇਲੇ ਅਮਨ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋਇਆ? ਹਾਂਜੀ, ਦੇਖੋ ਛੁੱਟ-ਪੁੱਟ ਲੜਾਈਆਂ ਤੇ ਚਲਦੀਆਂ ਹੀ ਰਹੀਆਂ ਹਨ। ਇਹ ਡਾਟਾ ਇਹ ਵੀ ਹੈ ਕਿਉਂਕਿ ਇਹ ਨਿਊਕਲੀਅਰ ਖਤਰੇ ਵੱਲ ਨੂੰ ਵੀ ਜਾ ਰਿਹਾ। ਬਿਲਕੁਲ ਨਿਊਕਲੀਅਰ ਦਾ ਖਤਰਾ ਹੋ ਸਕਦਾ ਹੈ, ਇਹੀ ਸਭ ਤੋਂ ਵੱਡਾ ਖਤਰਾ ਹੈ। ਕਨਵੈਨਸ਼ਨਲ ਜਿਹੜੀ ਲੜਾਈ ਹੈ ਨਾ, ਉਹਦੇ ਨਾਲ ਵੀ ਬੜਾ ਨੁਕਸਾਨ ਹੁੰਦਾ ਹੈ। ਅਸੀਂ ਜੋ ਡਾਟਾ ਹੈ, ਜੋ ਅਧਿਐਨ ਹਨ, ਉਹਦੇ ਮੁਤਾਬਕ ਹਰ ਸਾਲ 50,000 ਲੋਕ ਮਰਦੇ ਹਨ ਜੰਗ ਦੇ ਸਿੱਧੇ ਅਸਰਾਂ ਨਾਲ। ਲੜਾਈਆਂ ਵਿੱਚ ਲੜਾਈ ਲੱਗੀ ਤੇ ਬੰਦਾ ਜ਼ਖਮੀ ਹੋਇਆ ਤੇ ਮਰ ਗਿਆ ਜੀ। ਤੇ ਜੋ ਦੂਸਰੇ ਅਸਿੱਧੇ ਅਸਰਾਤ ਹਨ, ਅਸਿੱਧੇ ਜਿਹੜੇ ਪ੍ਰਭਾਵ ਹਨ, ਜਿਵੇਂ ਕਿ ਪਾਣੀ ਦੀ ਸਪਲਾਈ ਸਾਫ਼ ਨਾ ਰਹੀ ਕਿਉਂਕਿ ਜੰਗ ਲੱਗੀ ਹੋਈ ਹੈ, ਕਿਉਂਕਿ ਜੰਗ ਲੱਗੀ ਹੈ ਇਸ ਲਈ ਸੰਚਾਰ ਦੇ ਸਾਧਨ ਨਾ ਰਹੇ,
ਕਿਉਂਕਿ ਲੋਕ ਰਿਫਿਊਜੀ ਕੈਂਪਾਂ 'ਚ ਆ ਗਏ, ਇਸ ਕਰਕੇ ਉੱਥੇ ਬਿਮਾਰੀਆਂ ਹੁੰਦਾ, ਬੱਚੇ ਸਕੂਲ ਨਾ ਗਏ। ਇਹਨਾਂ ਸਾਰੇ ਅਸਿੱਧੇ ਕਾਰਨਾਂ ਦੇ ਕਰਕੇ ਕੁਪੋਸ਼ਣ ਫੈਲ ਗਿਆ, ਖੁਰਾਕ ਨਾ ਮਿਲੀ, ਉਹਦੇ ਕਾਰਨ ਵੀ 10 ਲੱਖ ਲੋਕ ਮਰਦੇ ਰਹੇ ਹਨ ਹਰ ਸਾਲ। ਇਹ ਸਥਿਤੀ ਰਹੀ ਹੈ ਤੇ ਇੰਨੀ ਗੰਭੀਰ ਸਥਿਤੀ ਤਾਂ ਮਤਲਬ ਪਹਿਲੇ ਹੀ ਹੈ। ਤੇ ਹੁਣ ਇਹ ਜੋ ਕਨਵੈਨਸ਼ਨਲ ਵਾਰ ਤੇ ਹੈ, ਸਟਾਰਟ ਤੇ ਕੋਈ ਵੀ ਲੜਾਈ ਸ਼ੁਰੂ ਤੇ ਰਵਾਇਤੀ ਹਥਿਆਰਾਂ ਨਾਲ ਹੀ ਹੁੰਦੀ ਹੈ ਨਾ, ਇੱਕਦਮ ਤੇ ਜੋ ਪਰਮਾਣੂ ਬੰਬ ਨਹੀਂ ਡਿੱਗਦੇ। ਲੇਕਿਨ ਆਉਣ ਵਾਲੇ ਸਮੇਂ 'ਚ ਅਗਰ ਇਹ ਵੱਧ ਗਈ, ਜਿਵੇਂ ਕਿ ਕੁਝ ਨਹੀਂ ਹਾਲੇ ਕਿਹਾ ਜਾ ਸਕਦਾ ਕਿੱਧਰ ਜਾਏਗੀ, ਕੁਝ ਨਹੀਂ ਪਤਾ ਇਸ ਵੇਲੇ, ਅਗਰ ਇਹ ਵੱਧ ਗਈ ਤੇ ਅਗਰ ਪਰਮਾਣੂ ਹਥਿਆਰ ਦੀ ਵਰਤੋਂ ਹੋ ਗਈ ਤਾਂ ਖਤਰਾ ਇਹ ਹੈ ਕਿ ਸਮੁੱਚੀ ਮਾਨਵਤਾ ਸਮਾਪਤ ਹੋ ਸਕਦੀ ਹੈ। ਇੰਨੇ ਲੱਖਾਂ ਹਜ਼ਾਰਾਂ ਲੱਖਾਂ ਸਾਲਾਂ ਦੇ ਵਿੱਚ ਬਣਾਈ ਗਈ ਸਭਿਅਤਾ ਸਮਾਪਤ ਹੋ ਸਕਦੀ ਹੈ। ਇਹ ਵੈਸੇ ਵੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਅਧਿਐਨ ਦੀ ਗੱਲ ਕੀਤੀ, ਇੱਕ ਹੋਰ ਅਮਰੀਕਨ ਡਾਕਟਰਸ ਦਾ ਇਹ ਅਧਿਐਨ ਹੈਗਾ, ਉਹਦੇ ਅਨੁਸਾਰ ਉਹਨਾਂ ਦਾ ਕਹਿਣਾ ਹੈ ਕਿ ਜੇ ਨਾਰਮਲੀ ਇਹ ਲੜਾਈ, ਜਿਸ ਤਰ੍ਹਾਂ ਹੁਣ ਸਪੈਸ਼ਲ ਆਪਰੇਸ਼ਨ ਜਿਹੜਾ ਸ਼ੁਰੂ ਕੀਤਾ ਹੈ ਰੂਸ ਨੇ ਯੂਕਰੇਨ ਦੇ ਵਿੱਚ, ਜੇ ਇਹ ਆਮ ਲੜਾਈ ਵਾਂਗੂ ਹੀ ਰਹਿੰਦਾ, ਨਿਊਕਲੀਅਰ ਤਾਂ ਬਹੁਤ ਦੂਰ ਦੀ ਗੱਲ ਹੈ, ਤਾਂ ਉਹਦੇ ਵਿੱਚ ਵੀ ਉਹਨਾਂ ਦਾ ਕਹਿਣਾ ਹੈ ਕਿ 25,000 ਤੋਂ ਲੈ ਕੇ 50,000 ਲੋਕ ਮਰ ਸਕਦੇ ਆ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ 5,000 ਤੋਂ ਲੈ ਕੇ 25,000 ਤੱਕ ਯੂਕਰੇਨੀ ਫੌਜੀ ਮਰ ਸਕਦੇ ਆ ਤੇ 3,000 ਤੋਂ ਲੈ ਕੇ 10,000 ਤੱਕ ਰੂਸੀ ਫੌਜੀ ਮਰ ਸਕਦੇ ਆ। ਇਹ ਜਿਹੜਾ ਅੰਕੜਾ ਹੈ, ਔਰ ਇਹਦੇ ਨਾਲ ਜਿਹੜੀ ਬਾਕੀ ਬੁਨਿਆਦੀ ਢਾਂਚੇ ਦੀ ਤਬਾਹੀ ਹੋਏਗੀ ਉਹ ਵੱਖਰੀ, ਜਿਹੜੇ ਲੋਕ ਘਰੋਂ ਬੇਕਾਰ ਹੋਣਗੇ ਉਹ ਵੱਖਰਾ। ਇਹ ਸਾਰੇ ਦੇ ਉੱਤੇ ਤੁਹਾਡਾ ਕੀ ਕਹਿਣਾ? ਇਹ ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਹਿਲੇ ਜੋ ਲੜਾਈਆਂ ਹੁੰਦੀਆਂ ਸੀ ਨਾ, ਅੱਜ ਤੋਂ ਪਹਿਲੇ ਸਮੇਂ, ਪੁਰਾਣੇ ਸਮਿਆਂ ਵਿੱਚ ਸਮਝ ਲਓ ਕਿ 60-70 ਮਤਲਬ 100 ਸਾਲ ਪਹਿਲੇ ਤੁਸੀਂ ਲੈ ਲਓ, ਲੜਾਈਆਂ ਹੁੰਦੀ ਸੀ, ਉਹਦੇ 'ਚ ਫੌਜੀ ਜ਼ਿਆਦਾ ਮਰਦੇ ਸੀ, ਨਾਗਰਿਕ ਘੱਟ ਮਰਦੇ ਸੀ। ਪਰ ਹੁਣ ਤੇ ਉਲਟਾ ਹੋ ਗਿਆ, ਹੁਣ ਤੇ ਮਤਲਬ 20 ਗੁਣਾ ਜਿਹੜੀਆਂ ਮੌਤਾਂ ਹਨ ਨਾ, ਉਹ ਨਾਗਰਿਕਾਂ ਦੀਆਂ ਹੁੰਦੀਆਂ ਹਨ ਮੁਕਾਬਲਤਨ ਕੇ ਫੌਜੀਆਂ ਦੇ। ਤੇ ਫੌਜੀ ਵੀ ਹੁਣ ਅੱਜ ਕੱਲ ਦੋ ਕਿਸਮ ਦੇ ਫੌਜੀ, ਇੱਕ ਤੇ ਜੋ ਰੈਗੂਲਰ ਆਰਮੀ ਨੇ, ਫਿਰ ਕਈਆਂ ਨੂੰ ਮੌਕੇ ਦੇ ਮੁਤਾਬਕ ਹਥਿਆਰ ਫੜਾ ਕੇ ਵਿੱਚ ਤੋੜ ਦਿੱਤਾ ਜਾਂਦਾ, ਉਹਨਾਂ ਨੂੰ ਜਨੂਨ ਦੇ ਨਾਲ, ਮੋਟੀਵੇਸ਼ਨ ਦੇ ਨਾਲ ਜੋ ਹਥਿਆਰ ਫੜਾ ਕੇ ਲੜਾਈਆਂ ਵਿੱਚ ਵਾੜ ਦਿੱਤਾ ਜਾਂਦਾ, ਉਹ ਵੀ ਨੇ। ਸੋ ਕੰਬੈਟੈਂਟਸ ਜਿਹੜੇ ਨੇ, ਜੋ ਫੌਜੀ ਨੇ ਸਾਡੇ, ਉਹ ਵੀ ਦੋ ਕਿਸਮ ਦੇ ਹੋ ਗਏ। ਸੋ ਉਹ ਵੀ ਮਰੇ, ਆਮ ਨਾਗਰਿਕਾਂ ਦੀ ਅਸਿੱਧੇ ਕਾਰਨਾਂ ਕਰਕੇ, ਇੱਕ ਤੇ ਬੰਬ ਡਿੱਗਾ ਬਿਲਡਿੰਗ ਤੇ ਮਰ ਗਏ, ਪਰ ਜਿਹੜੇ ਉਹਦੇ ਬਾਅਦ ਦੇ ਅਸਰਾਤ ਹਨ ਉਹਦੇ ਨਾਲ ਬਹੁਤ ਦੁਨੀਆ ਮਰਦੀ ਹੈ, ਉਸਦਾ ਖਤਰਾ ਬਹੁਤ ਵੱਡਾ ਹੈ। ਇਸ ਤੋਂ ਸਾਵਧਾਨੀ ਦੀ ਬੜੀ ਲੋੜ ਹੈ, ਲੜਾਈ ਮੁੱਕਣੀ ਚਾਹੀਦੀ ਹੈ ਕਿਸੇ ਵੀ ਹਾਲਤ ਦੇ ਵਿੱਚ। ਜੀ, ਵੈਸੇ ਵੀ ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਆਰਥਿਕ ਪਾਬੰਦੀਆਂ ਲਾਈਆਂ ਜਾ ਰਹੀਆਂ ਯੂਰਪ ਵੱਲੋਂ, ਅਮਰੀਕਾ ਵੱਲੋਂ ਰੂਸ ਦੇ ਖਿਲਾਫ, ਕਿ ਉਸ ਨੂੰ ਟਾਈਟ ਕੀਤਾ ਜਾਵੇ, ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਵੇ, ਪਰ ਦੂਸਰੇ ਪਾਸੇ ਚੀਨ ਦੇ ਜਿਹੜੇ ਹੈਗਾ, ਉਹਨਾਂ ਦਾ, ਚੀਨ ਦਾ ਕਹਿਣਾ ਹੈ ਕਿ ਜੇ ਇਹ ਪਾਬੰਦੀਆਂ ਜਿਹੜੀਆਂ ਇਹ ਨਹੀਂ ਲਾਉਣੀਆਂ ਚਾਹੀਦੀਆਂ, ਇਹਨਾਂ ਨਾਲ ਸਮੁੱਚੀ ਦੁਨੀਆ ਨੂੰ ਹੀ ਨੁਕਸਾਨ ਹੋਏਗਾ। ਤੇ ਇਹਦੇ ਵਿੱਚ ਨਾਟੋ ਦਾ ਕੀ ਕਹਿਣਾ ਹੈ ਡਾਕਟਰ ਸਾਹਿਬ? ਕੋਈ ਨਵੀਂ ਆਈ ਗੱਲ ਸਾਹਮਣੇ? ਨਾਟੋ ਦਾ ਤੇ ਥੋੜੀ ਦੇਰ ਪਹਿਲੇ ਜਿਹੜਾ ਬਿਆਨ ਆ ਰਿਹਾ ਸੀ ਵੀ ਉਹ ਆਪਣੇ ਸੈਨਿਕ ਨਹੀਂ ਭੇਜੇਗਾ ਨਾਟੋ, ਹਾਲੇ ਤੱਕ ਤੇ ਉਹਨਾਂ ਨੇ ਇਹ ਗੱਲ ਕਹੀ ਹੈ। ਹੁਣ ਇਹ ਨਹੀਂ ਪਤਾ, ਅੱਜ ਇਹ ਗੱਲ ਕਹੀ ਹੈ, ਕੱਲ ਦਾ ਕੀ ਪਤਾ, ਕੱਲ ਭੇਜ ਵੀ ਸਕਦੇ ਨੇ। ਜੇ ਨਾਟੋ ਦੀ ਫੌਜ ਸਿੱਧੀ ਉੱਥੇ ਦਖਲਅੰਦਾਜ਼ ਹੋ ਗਈ ਫਿਰ ਤਾਂ ਗੱਲ ਵੱਧ ਗਈ ਨਾ। ਹਾਲੇ ਤਾਂ ਲੜਾਈ ਸਿਰਫ ਦੋ ਮੁਲਕਾਂ ਦੇ ਵਿੱਚ ਹੋ ਗਈ। ਮੰਨ ਲਓ ਰੂਸ ਦਾ ਹਮਲਾ ਹੋਇਆ, ਇਰੀਟੇਟ ਹੋ ਗਿਆ ਰੂਸ, ਉਹਨੂੰ ਲੱਗਿਆ ਮੇਰੀ ਸੁਰੱਖਿਆ ਨੂੰ ਖਤਰਾ ਹੈ, ਮੇਰੀ ਗੱਲ ਨਹੀਂ ਮੰਨੀ ਜਾ ਰਹੀ, ਤਾਂ ਉਹ ਹੋ ਗਿਆ। ਲੇਕਿਨ ਦੂਸਰੇ ਪਾਸੇ ਅਗਰ ਜੇ ਨਾਟੋ ਦੇ ਸੈਨਿਕ ਵੀ ਵਿੱਚ ਆ ਗਏ ਤੇ ਫਿਰ ਤਾਂ ਖਤਰਾ ਹੋਰ ਵੱਧ ਜਾਏਗਾ, ਬਹੁਤ ਗੰਭੀਰ ਸਥਿਤੀ ਹੋਏਗੀ। ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਇਸ ਗੱਲ ਦੀ ਧਮਕੀ ਵੀ ਦਿੱਤੀ ਹੈ ਕਿ ਸਾਡਾ ਇਹ ਸਪੈਸ਼ਲ ਆਪਰੇਸ਼ਨ ਹੈ ਯੂਕਰੇਨ ਦੇ ਵਿੱਚ, ਤੇ ਜੇ ਇਹਦੇ ਵਿੱਚ ਕੋਈ ਨਾਟੋ ਦਖਲ ਦਿੰਦਾ ਜਾਂ ਅਮਰੀਕਾ ਦਖਲ ਦਿੰਦਾ ਤਾਂ ਉਸ ਦੇ ਨਤੀਜੇ ਜਿਹੜੇ ਆ ਬਹੁਤ ਗੰਭੀਰ ਹੋ ਸਕਦੇ ਆ ਦੁਨੀਆ ਲਈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੰਨੇ ਗੰਭੀਰ ਹੋਣਗੇ ਜਿਸ ਦਾ ਕਿ ਤੁਸੀਂ ਹਾਲ ਤੱਕ ਸੋਚਿਆ ਵੀ ਨਹੀਂ ਹੋਏਗਾ। ਇਹ ਮਤਲਬ ਜੋ ਵਾਰਨਿੰਗ ਹੈ, ਇਹ ਬੜੀ ਖਤਰਨਾਕ ਗੱਲ ਹੈ। ਤੇ ਉਹਨਾਂ ਦਾ ਭਾਸ਼ਣ ਦਾ ਜਿਹੜਾ ਉਹਨਾਂ ਦੀ ਬਾਡੀ ਲੈਂਗੁਏਜ ਸੀ ਨਾ, ਜਿਹੜੇ ਹਾਵ ਭਾਵ ਸੀ ਚਿਹਰੇ ਦੇ, ਉਹ ਬੜੇ ਗੁੱਸੇ 'ਚ ਬੋਲ ਰਹੇ ਸੀਗੇ ਜੋ ਵਲਾਦੀਮੀਰ ਪੁਤਿਨ। ਸੋ ਸਥਿਤੀ ਤੇ ਬਹੁਤ ਗੰਭੀਰ ਹੈ, ਇਸ ਤੋਂ ਬੜਾ ਜ਼ਰੂਰੀ ਹੈ। ਇੱਕ ਪ੍ਰਸ਼ਨ ਖੜਾ ਹੋ ਗਿਆ ਹੈ ਕਿਉਂਕਿ ਤਬਾਹੀ ਬਹੁਤ ਹੋਏਗੀ। ਲੇਕਿਨ ਇੱਕ ਅੱਛੀ ਗੱਲ ਹੈ, ਹੁਣੇ ਜਿਹੜੇ ਕੁਝ ਸਟੇਟਮੈਂਟਸ ਆ ਰਹੀਆਂ ਸੀ, ਰੂਸ ਦੇ ਲੋਕਾਂ ਵਿੱਚ ਵੀ ਦੋ ਕਿਸਮ ਦੇ ਓਪੀਨੀਅਨ ਹੈ। ਸਮੁੱਚੀ ਰੂਸ ਦੀ ਆਬਾਦੀ ਇਸ ਨੂੰ ਸਪੋਰਟ ਨਹੀਂ ਕਰ ਰਹੀ ਹੈ, ਉਹ ਵੀ ਸ਼ਾਂਤੀ ਚਾਹੁੰਦੇ ਨੇ। ਯੂਕਰੇਨ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਨੇ, ਲੋਕ ਤੇ ਸ਼ਾਂਤੀ ਚਾਹੁੰਦੇ ਨੇ, ਲੇਕਿਨ ਜਿਹੜੇ ਸੱਤਾ ਵਿੱਚ ਬੈਠੇ ਨੇ ਨਾ, ਇਹ ਆਮ ਤੌਰ ਤੇ ਇਹੀ ਦੇਖਿਆ ਗਿਆ ਕਿ ਜਿਹੜੇ ਸੱਤਾ ਵਿੱਚ ਬੈਠੇ ਹੁੰਦੇ ਨੇ
ਉਹਨਾਂ ਦੇ ਆਪਣੇ ਮਫਾਦ ਹੁੰਦੇ ਨੇ, ਉਸ ਨੂੰ ਵੀ ਉਹ ਮੇਨਟੇਨ ਕਰਨ ਲਈ ਕਈ ਦਫਾ ਲੜਾਈਆਂ ਲੱਗਦੀਆਂ ਹਨ, ਭਾਵੇਂ ਯੂਕਰੇਨ ਵਾਲੇ ਹੋਣ ਜਾਂ ਰੂਸੀ ਹੋਣ ਜਾਂ ਅਮਰੀਕਾ ਹੋਏ ਜਾਂ ਨਾਟੋ ਹੋਏ। ਲੇਕਿਨ ਜੋ ਖਤਰਾ ਸਭ ਤੋਂ ਵੱਧ ਇਸ ਵੇਲੇ ਇਹ ਹੈ ਕਿ ਜੋ ਦੁਨੀਆ ਭਰ ਦਾ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ, ਜੋ ਹਥਿਆਰ ਬਣਾਉਣ ਵਾਲੇ ਕਾਰਖਾਨੇ ਹਨ, ਉਹ ਆਪਣਾ ਮਾਲ ਧੜਾਧੜ ਵੇਚ ਰਹੇ ਹਨ ਤੇ ਬਣਾ ਕੇ ਵੇਚ ਰਹੇ ਹਨ। ਹੁਣ ਕਾਫੀ ਦੇਰ ਤੋਂ ਵੱਡੀਆਂ ਲੜਾਈਆਂ ਨਹੀਂ ਲੱਗੀਆਂ ਜੀ, ਵੱਡੀਆਂ ਲੜਾਈਆਂ ਨਹੀਂ ਲੱਗੀਆਂ ਤਾਂ ਉਹਨਾਂ ਦਾ ਮਾਲ ਵੀ ਉਸ ਮੁਤਾਬਕ ਨਹੀਂ ਵਿਕ ਰਿਹਾ। ਇਹ ਉਹ ਸਾਰੀ ਗੱਲ ਦੀ ਸਾਜ਼ਿਸ਼ ਦੇ ਪਿੱਛੇ ਹਮੇਸ਼ਾ ਹੀ ਲੋਕ ਹੁੰਦੇ ਹਨ। ਉਹ ਕਿਵੇਂ ਸਾਜ਼ਿਸ਼ ਕਰਦੇ ਹੁਣ ਵੈਸੇ ਵੀ ਡਾਕਟਰ ਸਾਹਿਬ ਅਸੀਂ ਦੇਖਦੇ ਹਾਂ ਕਿ ਇਹ ਜਦੋਂ ਟਕਰਾਅ ਜੇ ਚੱਲ ਹੀ ਰਿਹਾ ਸੀਗਾ ਤਾਂ ਇਹਨਾਂ ਦਿਨਾਂ ਦੌਰਾਨ, ਪਿਛਲੇ ਕੁਝ ਦਿਨਾਂ ਦੌਰਾਨ ਹੀ ਅਮਰੀਕਾ ਦੇ ਜਿਹੜੇ ਡਿਫੈਂਸ ਮਿਨਿਸਟਰ ਹੈ ਉਹ ਬਕਾਇਦਾ ਪੋਲੈਂਡ ਗਏ ਤੇ ਉੱਥੇ ਉਹਨਾਂ ਨੇ ਹਥਿਆਰਾਂ ਦਾ ਸੌਦਾ ਵੀ ਕੀਤਾ, ਬੜੇ ਵੱਡਾ ਸੌਦਾ, ਖਰਬਾਂ ਰੁਪਏ ਦਾ। ਤੇ ਯੂਐਸਏ ਨੇ ਇਹ ਵੀ ਕਿਹਾ ਕਿ ਅਸੀਂ ਯੂਕਰੇਨ ਨੂੰ ਹਥਿਆਰ ਦੇਵਾਂਗੇ। ਹੁਣ ਹਥਿਆਰ ਮੁਫਤ ਨਹੀਂ ਦੇਣਗੇ, ਹਥਿਆਰ ਦੇਣਗੇ ਫਿਰ ਉਸ ਤੋਂ ਪੈਸੇ ਬਟੋਰਨਗੇ ਤੇ ਯੂਕਰੇਨ ਦੀ ਹਾਲਤ ਬਹੁਤ ਖਰਾਬ ਹੋ ਜਾਏਗੀ। ਇਸ ਲਈ ਦੁਨੀਆ ਨੂੰ ਸਮਝਣਾ ਪਏਗਾ ਕਿ ਜੋ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ ਇਹਦੀਆਂ ਕੀ ਸਾਜ਼ਿਸ਼ਾਂ ਹਨ। ਇਹ ਕਾਰਪੋਰੇਟ ਸੈਕਟਰ ਜਿਹੜਾ ਹੈ ਮਿਲਟਰੀ ਦੇ ਵਿੱਚ ਲੱਗਿਆ ਆ, ਇਹਨਾਂ ਦੇ ਸਾਦੇ ਸਿਰਫ ਆਪਣਾ ਮੁਨਾਫਾ ਕਮਾਉਣ ਦੀ, ਇਹਨਾਂ ਨੇ ਮਾਨਵਤਾ ਤੋਂ ਕੁਝ ਨਹੀਂ ਲੈਣਾ ਹੁੰਦਾ। ਇਹ ਮਤਲਬ ਇਹ ਜੋ ਕਿਲਰ ਗੈਂਗਸ ਹਨ, ਇਹਦੇ ਹਥਿਆਰੇ ਗੈਂਗਸ ਹਨ, ਇਹ ਜੋ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ, ਬੰਦੇ ਮਰਨ, ਬੱਚੇ ਮਰਨ, ਉੱਥੇ ਭੁੱਖਮਰੀ ਦਾ ਸ਼ਿਕਾਰ ਹੋਣ, ਇਹਨਾਂ ਨੂੰ ਕੋਈ ਦਰਦ ਨਹੀਂ ਹੈ। ਇਸ ਲਈ ਇਹਨਾਂ ਦਾ ਵਿਰੋਧ ਕਰਨਾ ਮੈਂ ਸਮਝਦਾ ਕਿ ਬਹੁਤ ਵੱਡਾ ਅੱਜ ਕੰਮ ਹੈ ਸਿਵਲ ਸੁਸਾਇਟੀ ਦੇ ਸਾਹਮਣੇ। ਜਿੱਥੇ ਕਿ ਕੂਟਨੀਤਿਕ ਤੌਰ ਤੇ ਦੇਸ਼ਾਂ ਦੀ ਸਰਕਾਰਾਂ ਕੰਮ ਕਰਨ, ਉੱਥੇ ਸਿਵਲ ਸੁਸਾਇਟੀ ਲੋਕਾਂ ਨੂੰ ਐਜੂਕੇਟ ਕਰਕੇ ਇਹਨਾਂ ਦੇ ਖਿਲਾਫ ਲਾਮਬੰਦੀ ਕਰੇ ਤਾਂ ਜੋ ਇਹ ਜੋ ਯੁੱਧ ਹੋ ਰਿਹਾ ਇਹ ਵੀ ਰੁਕੇ ਤੇ ਇਸ ਤੋਂ ਬਾਅਦ ਵੀ ਜੋ ਸਿਚੁਏਸ਼ਨ ਜਿਹੜੀ ਹਾਲਾਤ ਹੈ ਉਹ ਵੀ ਠੀਕ ਹੋਏ। ਕੱਲ ਨੂੰ ਮੰਨ ਲਓ ਯੁੱਧ ਰੁਕ ਵੀ ਗਿਆ, ਫਿਰ ਵੀ ਜੋ ਉਹਦੇ ਪ੍ਰਭਾਵ ਪੈਣਗੇ ਯੁੱਧ ਤੋਂ ਬਾਅਦ ਦੇ, ਉਹਨਾਂ ਨੂੰ ਵੀ ਤੇ ਸਾਹਮਣਾ ਹੈ ਨਾ। ਉਹ ਕਈ ਦਹਾਕਿਆਂ ਤੱਕ ਚੱਲਦੇ ਆ। ਜੀ ਜੀ, ਇਨਫਰਾਸਟ੍ਰਕਚਰ ਤਬਾਹ ਹੁੰਦਾ ਹੈ, ਫਿਰ ਜਿਹੜਾ ਘਰੋਂ ਬੇਘਰ ਹੁੰਦੇ ਆ ਲੋਕ, ਫਿਰ ਜਿਹੜੇ ਲਾਵਾਰਸ ਬਣ ਜਾਂਦੇ ਆ, ਨਿਆਸਰੇ ਰਹਿ ਜਾਂਦੇ ਆ, ਉਹਨਾਂ ਦਾ ਸਾਰਿਆਂ ਦਾ ਜਿਹੜਾ ਭਾਰ ਆ ਉਹ ਤਾਂ ਆਉਂਦਾ ਹੀ ਆ ਨਾ ਉਸ ਦੇਸ਼ ਦੇ ਉੱਤੇ। ਦੂਸਰੀ ਜੰਗ ਤੋਂ ਬਾਅਦ ਇਹਨੇ ਦੇਖਿਆ ਨਾ ਕਿ ਉਹਦੇ ਵਿੱਚ 1.5 ਕਰੋੜ ਲੋਕ ਸੋਵੀਅਟ ਮਰੇ ਸੀਗੇ ਤੇ ਕੁੱਲ ਮਿਲਾ ਕੇ 5 ਕਰੋੜ ਲੋਕ ਮਰੇ ਤੇ 9.5 ਕਰੋੜ ਦੇ ਕਰੀਬ ਲੋਕ ਹੈ ਉਹ ਮਤਲਬ ਗੰਭੀਰ ਜ਼ਖਮੀ ਹੋਏ। ਤੇ ਲੇਕਿਨ ਕਈ ਗੁਣਾ ਵੱਧ ਲੋਕ ਡਿਸਪਲੇਸ ਹੋਏ, ਰਿਫਿਊਜੀ ਕੈਂਪਾਂ 'ਚ ਗਏ, ਉੱਥੇ ਰਹੇ, ਸਕੂਲ ਬੱਚਿਆਂ ਛੁੱਟ ਗਏ, ਕਿੰਨੀ ਤਬਾਹੀ ਹੋਈ। ਜਾਂ ਅਸੀਂ ਆਮ ਵੀ ਲੜਾਈਆਂ ਦੇਖਦੇ ਆ, ਇੱਥੇ ਭਾਰਤ ਪਾਕਿਸਤਾਨ ਦੇ ਵਿੱਚ ਵੀ 2-3-4 ਯੁੱਧ ਹੋਏ ਨੇ, ਉਹਨਾਂ ਵਿੱਚ ਵੀ ਕੀ ਹੁੰਦਾ ਅਸੀਂ ਆਮ ਦੇਖਦੇ ਹੀ ਹਾਂ। ਇਹ ਆਪਸ ਪੜੋਸੀਆਂ ਵਿੱਚ ਵੀ ਤੂੰ ਮੈਮ ਹੋ ਜਾਏ, ਉਸ ਤੋਂ ਬਾਅਦ ਵੀ ਤਣਾਵ ਰਹਿੰਦਾ ਹੈ। ਜੀ ਜੀ, ਸਟ੍ਰੈਸ ਜਿਹੜਾ ਹੈ ਤੇ ਆਮ ਤੌਰ ਤੇ ਅਸੀਂ ਕਰਦੇ ਹਾਂ। ਜੋ ਮਾਨਸਿਕ ਤਣਾਵ ਐਸੇ ਹਾਲਾਤ ਦੇ ਵਿੱਚ ਇੰਨੇ ਜ਼ਿਆਦਾ ਹੁੰਦੇ ਹਨ ਕਿ ਉਹਨਾਂ ਨੂੰ ਵੀ ਠੀਕ ਕਰਨਾ, ਉਹਨਾਂ ਨੂੰ ਵੀ ਸੰਭਾਲਣਾ, ਇੱਕ ਦੂਸਰੇ ਦੀ ਫਿਕਰ, ਆਪਣੇ ਬੱਚਿਆਂ ਦੀ ਫਿਕਰ, ਬੱਚਾ ਬਾਹਰ ਹੈ ਤੇ ਘਰ ਨਹੀਂ ਆਇਆ, ਉੱਪਰੋਂ ਮਾਹੌਲ ਖਰਾਬ ਹੈ, ਇਹ ਸਾਰੇ ਜਿਹੜੇ ਤਣਾਵ ਹਨ ਇਹ ਬਹੁਤ ਗੰਭੀਰ ਸਥਿਤੀ ਬਣਦੀ ਹੈ ਸਿਹਤ ਦੇ ਪੱਖੋਂ। ਇਹ ਡਾਕਟਰ ਸਾਹਿਬ ਜਿਹੜੀ ਤੁਸੀਂ ਇਹ ਬੱਚਿਆਂ ਦੀ ਗੱਲ ਕੀਤੀ ਹੈ, ਇੰਡੀਆ ਦੇ ਵੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਉੱਥੇ ਯੂਕਰੇਨ 'ਚ ਪੜ੍ਹਦੇ ਸੀ, ਖਾਸ ਕਰਕੇ ਜਿਹੜਾ ਡਾਕਟਰੀ ਲਈ ਮੈਡੀਕਲ ਸਟੱਡੀ ਦੇ ਲਈ ਉੱਥੇ ਗਏ ਹੋਏ ਸੀ। ਲਗਭਗ ਕਹਿੰਦੇ ਆ ਕਿ ਉਹਨਾਂ ਦੀ ਗਿਣਤੀ 20,000 ਹੈ, ਉਹਨਾਂ 'ਚ ਪੰਜਾਬੀ ਵੀ ਹੈਗੇ ਆ। ਤੇ ਇਹਨਾਂ ਬਾਰੇ ਸਰਕਾਰ ਕੀ ਕਰ ਰਹੀ ਹੈ ਕੇਂਦਰ ਦੀ? ਪਹਿਲਾਂ ਤਾਂ ਇਹ ਆਇਆ ਸੀਗਾ ਕਿ ਉਹਨਾਂ ਨੇ ਜਹਾਜ਼ ਉੱਥੇ ਲਾਏ ਹੈਗੇ ਆ ਕਿ ਉਹਦੇ 'ਚ 250 ਜਿਹੜੇ ਵਿਦਿਆਰਥੀ ਆ ਆਏ ਹੈਗੇ ਆ, ਪਰ ਉਸ ਤੋਂ ਬਾਅਦ ਕਿਉਂਕਿ ਲੜਾਈ ਜਿਹੜੀ ਆ ਤੇਜ਼ ਹੋ ਗਈ, ਯੂਕਰੇਨ ਦੇ ਵਿੱਚ ਆ ਗਈ, ਕੀਵ ਦੇ ਵਿੱਚ ਆ ਗਈ, ਤਾਂ ਹੁਣ ਕੀ ਸਥਿਤੀ ਆ? ਉਹਨਾਂ ਬੱਚਿਆਂ ਨੂੰ ਕੱਢਣ ਦੇ ਲਈ ਇੰਡੀਅਨ ਗਵਰਨਮੈਂਟ ਕੋਈ ਕਦਮ ਚੁੱਕ ਰਹੀ ਹੈ? ਪਹਿਲੀ ਗੱਲ ਤੇ ਮੈਨੂੰ ਅਫਸੋਸ ਨਾਲ ਕਹਿਣਾ ਆਵਾਜ਼ ਟੁੱਟ ਰਹੀ ਹੈ, ਦੇਖੋ ਮਾਈਕ ਨੂੰ ਦੇਖੋ, ਆਵਾਜ਼ ਟੁੱਟ ਰਹੀ ਹੈ ਕਿ ਆਪਾਤਕਾਲੀਨ ਹਾਲਤ ਦੇ ਵਿੱਚ ਜਦੋਂ ਕਿ ਬੱਚੇ ਉੱਥੇ ਫਸੇ ਹੋਏ ਹਨ, ਹਾਂਜੀ ਹਾਂਜੀ, ਮਾਂ-ਬਾਪ ਨੂੰ ਇੱਥੇ ਚਿੰਤਾ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਲੈ ਕੇ ਆਏ ਬਿਨਾਂ ਪੈਸੇ ਦੇ ਸਰਕਾਰ ਆਪਣੀ ਜ਼ਿੰਮੇਵਾਰੀ ਲਏ। ਇਹ ਸਰਕਾਰ ਨੇ ਇਹ ਗੱਲ ਕਰਨ ਦੀ ਬਜਾਏ ਜਿਹੜੀਆਂ ਕਿ 에ਅਰਲਾਈਨਸ ਨੇ ਟਿਕਟਾਂ 3-3 ਗੁਣਾ ਵਧਾ ਦਿੱਤੀਆਂ, ਉਹਨਾਂ ਉੱਪਰ ਕੋਈ ਚੈੱਕ ਨਹੀਂ। ਜੀ ਜੀ, ਬਲਕਿ ਇਹਦੀ ਬਜਾਏ ਕਿ ਸਰਕਾਰ ਲੋਕ ਉਹਨਾਂ ਬੱਚਿਆਂ ਨੂੰ ਲੈ ਕੇ ਆਂਦੀ ਤੇ ਸਮੇਂ ਸਿਰ ਫੈਸਲੇ ਲੈਂਦੀ, ਨਾ ਤੇ ਸਮੇਂ ਸਿਰ ਫੈਸਲੇ ਲੈ ਗਏ ਤੇ ਹੁਣ
ਇਹ ਬਿਆਨ ਹੈ ਕਿ ਜਿੱਥੇ ਹੋ ਉੱਥੇ ਹੀ ਰਹੋ। ਹੁਣ ਕੀ ਕਰਨ, ਬੱਚਿਆਂ ਨੂੰ ਰਹਿਣਾ ਹੀ ਪੈਣਾ। ਤੁਹਾਡੇ ਕਹਿਣ ਨਾਲ ਤੇ ਨਹੀਂ ਰਹਿਣਾ ਉਹਨਾਂ ਨੇ। ਜਾਂ ਤੇ ਕੋਈ ਜੋ ਹੈ ਕੋਈ ਐਸਾ ਸਿਸਟਮ ਬਣਾਏ ਸਰਕਾਰ, ਜਿਹੜੇ ਬਾਰਡਰ ਹੁਣ ਕੁਝ ਕੋਸ਼ਿਸ਼ ਹੋ ਰਹੀ ਹੈ ਵੀ ਪੋਲੈਂਡ ਰਾਹੀਂ ਬੱਚੇ ਆਣ, ਲੇਕਿਨ ਕੋਈ ਬੱਚਾ ਕੀਵ ਚ ਬੈਠਾ ਹੈ ਜਾਂ ਜੋ ਕੋਈ ਬੱਚਾ ਉੜੀਸਾ ਚ ਬੈਠਾ ਹੈ, ਉਹ ਕਿਵੇਂ ਪੋਲੈਂਡ ਚ ਪਹੁੰਚੇਗਾ? ਸੌਖਾ ਥੋੜੀ ਹੈ ਕੰਮ। ਸੜਕਾਂ ਜਾਮ ਹੋ ਗਈਆਂ, ਇਹ ਨਹੀਂ ਪਤਾ ਕਿਹੜੀ ਸੜਕ ਤੇ ਕਦੋਂ ਬੰਬ ਡਿੱਗ ਪਏਗਾ। ਇਹਨਾਂ ਹਾਲਾਤਾਂ ਵਿੱਚ ਬਹੁਤ ਗੰਭੀਰ ਸਥਿਤੀ ਹੈ। ਕਿਸੇ ਢੰਗ ਨਾਲ ਯੂਕਰੇਨ ਦੀ ਸਰਕਾਰ ਨਾਲ ਤੇ ਪੁਤਿਨ ਨਾਲ ਗੱਲਬਾਤ ਕਰਕੇ ਆਪਣੇ ਬੱਚੇ ਕੱਢਣੇ ਚਾਹੀਦੇ ਹਨ। ਤੇ ਇੱਕ ਸਮੇਂ ਭਾਰਤ ਦੀ ਹਾਲਤ ਸੀ ਨਾ, ਨਾਨ ਅਲਾਈਨਡ ਮੂਵਮੈਂਟ ਹੁੰਦੀ ਸੀ, ਉਸ ਵੇਲੇ ਭਾਰਤ ਦਾ ਬੜਾ ਦਬਦਬਾ ਸੀ ਕਿ ਭਾਰਤ ਸ਼ਾਂਤੀ ਦਾ ਦੂਤ ਹੈ। ਉਸੇ ਤਰੀਕੇ ਦੀ ਜੇ ਕੋਈ ਰੋਲ ਅਦਾ ਭਾਰਤ ਕਰਦਾ ਤਾਂ ਸ਼ਾਇਦ ਉਹ ਕੁਝ ਰਿਜ਼ਲਟ ਵੀ ਨਿਕਲ ਆਏ। ਉਹ ਅਦਾ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਪ੍ਰਾਥਮਿਕਤਾ ਦੇ ਤੌਰ ਤੇ, ਪਹਿਲ ਦੇ ਤੌਰ ਤੇ ਲਿਆਉਣਾ ਚਾਹੀਦਾ ਹੈ। ਇਹ ਹੁਣ ਸੋਚਣਾ ਚਾਹੀਦਾ ਜਿਹੜੇ ਉੱਥੇ ਲੋਕ ਬੈਠੇ ਨੇ, ਜੋ ਉੱਥੇ ਐਮਬੈਸੀ ਹੈ, ਵੀ ਕਿਵੇਂ ਲਿਆ ਸਕਦੇ। ਇਹ ਤੇ ਉਹਨਾਂ ਨੂੰ ਪਤਾ ਨਾ ਗਰਾਊਂਡ ਰਿਐਲਿਟੀ ਕੀ ਹੈ। ਜੀ ਜੀ ਜੀ। ਤੇ ਡਾਕਟਰ ਸਾਹਿਬ, ਲੇਕਿਨ ਵੈਸੇ ਸਰਕਾਰ ਕੋਈ ਫੇਰ ਕਹੀ ਹੈ ਭਾਰਤ ਵੱਲੋਂ ਕੋਈ ਪਹਿਲ ਕਦਮੀ ਹੋ ਰਹੀ ਹੈ ਇਹ ਸਾਰਾ ਜਿਹੜਾ ਇਹਨੂੰ ਕਿ ਉੱਥੇ ਗੱਲਬਾਤ ਰਾਹੀਂ ਮਾਮਲਾ ਹੱਲ ਹੋਵੇ, ਟਕਰਾਅ ਟਲੇ, ਦੁਨੀਆ ਇਸ ਖਤਰੇ ਤੋਂ ਬਚੇ? ਅੱਜ ਭਾਰਤ ਦੀ ਜੋ ਕੋਈ ਸਿਕਿਉਰਿਟੀ ਕਮੇਟੀ ਦੀ ਮੀਟਿੰਗ ਸੀਗੀ, ਉਹਦੇ ਵਿੱਚ ਇਹ ਫੈਸਲਾ ਹੋਇਆ ਅੱਜ ਰਾਤ ਨੂੰ ਸਾਡੇ ਪ੍ਰਧਾਨ ਮੰਤਰੀ ਭਾਰਤ ਦੇ ਵਲਾਦੀਮੀਰ ਪੁਤਿਨ ਨਾਲ ਗੱਲ ਕਰਨਗੇ। ਉਹ ਕੀ ਗੱਲ ਹੁੰਦੀ ਹੈ, ਕੀ ਨਤੀਜਾ ਨਿਕਲਦਾ ਹੈ, ਹੁਣ ਕੱਲ ਤੱਕ ਆਏਗਾ। ਪਰ ਇਸ ਤੋਂ ਪਹਿਲੇ ਵੀ ਭਾਰਤ ਨੂੰ ਬੜੇ ਜ਼ੋਰ ਦੇ ਨਾਲ ਇਸ ਗੱਲ ਨੂੰ ਲੈਣਾ ਚਾਹੀਦਾ ਸੀ, ਹੁਣ ਵੀ ਲੈਣਾ ਚਾਹੀਦਾ ਹੈ। ਅਮਨ ਦੀ ਗੱਲ ਹੁਣ ਵੀ ਬਾਰ-ਬਾਰ ਪ੍ਰਚਾਰਨੀ ਚਾਹੀਦੀ ਹੈ ਇੰਟਰਨੈਸ਼ਨਲ ਤੌਰ ਤੇ। ਭਾਰਤ ਦੀ ਸਾਖ ਵਧੇਗੀ, ਇਹਦੇ ਨਾਲ ਘਟੇਗੀ ਨਹੀਂ। ਜੀ ਜੀ। ਭਾਰਤ ਦੀ ਸਾਖ ਵਧੇਗੀ, ਸਾਡੇ ਦੇਸ਼ ਨੂੰ ਵੀ ਇਸ ਗੱਲ ਤੇ ਮਾਣ ਹੋਏਗਾ ਕਿ ਅਸੀਂ ਅਮਨ ਤੇ ਸ਼ਾਂਤੀ ਲਈ ਗੱਲ ਕਰ ਰਹੇ ਹਾਂ। ਇਹ ਸਾਡੀ ਸਰਕਾਰ ਨੂੰ ਉਧਰਲੇ ਪਾਸੇ ਵੱਲ ਕਦਮ ਵਧਾਉਣੇ ਚਾਹੀਦੇ ਹਨ। ਹੁਣ ਇਹ ਪਤਾ ਨਹੀਂ ਇਹ ਸਰਕਾਰ ਦਾ ਕੀ ਰਵੱਈਆ ਹੋਏਗਾ, ਇਸ ਹੱਲ ਤੇ ਕਹਿਣਾ ਬਹੁਤ ਮੁਸ਼ਕਿਲ ਹੈ। ਇਹ ਡਾਕਟਰ ਸਾਹਿਬ, ਆਪਣਾ ਸਮਾਂ ਵੀ ਸਮਾਪਤੀ ਵੱਲ ਵਧ ਰਿਹਾ। ਤੁਸੀਂ ਆਖਰੀ ਤੌਰ ਤੇ ਇਹ ਸਾਰਾ ਜੋ ਕੁਝ ਵੀ ਦੁਨੀਆ 'ਚ ਇਸ ਵੇਲੇ ਬਣ ਗਈ ਸਥਿਤੀ, ਤਾਂ ਇਹਦੇ ਬਾਰੇ ਕੀ ਟਿੱਪਣੀ ਕਰਨਾ ਚਾਹੁੰਦੇ ਹੋ? ਜਿਹੜੀ ਓਵਰਆਲ ਸਥਿਤੀ ਹੁਣ ਤੱਕ ਸਾਡੇ ਸਾਹਮਣੇ ਹੈ, ਕੱਲ ਨੂੰ ਤਾਂ ਕੀ ਵਾਪਰੇਗਾ, ਹੋਰ ਘੜੀ ਨੂੰ ਕੀ ਵਾਪਰੇਗਾ, ਉਹਦੇ ਬਾਰੇ ਤਾਂ ਨਹੀਂ ਕੁਝ ਕਿਹਾ ਸਕਦਾ, ਪਰ ਮੌਜੂਦਾ ਸਥਿਤੀ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰੀ ਇਹ ਸਮਝ ਸੀ ਕਿ ਹਾਲਾਤ ਬਹੁਤ ਗੰਭੀਰ ਹਨ। ਇਹਨਾਂ ਹਾਲਾਤਾਂ ਨੂੰ ਹਰ ਹਾਲਤ ਦੇ ਵਿੱਚ ਰੋਕਿਆ ਜਾਣਾ ਚਾਹੀਦਾ ਹੈ। ਹਮਲਾ ਬੰਦ ਕਰਕੇ ਉੱਥੇ ਸ਼ਾਂਤੀ ਵਾਰਤਾ ਫੇਰ ਹੋਣੀ ਚਾਹੀਦੀ ਹੈ। ਨਾਟੋ ਨੂੰ ਤੇ ਬਾਈਡਨ ਨੂੰ, ਅਮਰੀਕਨ ਸਰਕਾਰ ਨੂੰ ਆਪਣੇ ਰਵੱਈਏ ਨੂੰ ਬਦਲਣਾ ਚਾਹੀਦਾ ਹੈ। ਲਗਾਤਾਰ ਪੁਤਿਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਭਾਵੇਂ ਜਿੰਨੇ ਮਰਜ਼ੀ ਹਾਲਾਤ ਖਰਾਬ ਹੋਣ। ਇੱਕ ਦੂਸਰੇ ਤੇ ਦੂਸ਼ਣਬਾਜ਼ੀ ਨਾਲ ਹਾਲਾਤ ਠੀਕ ਨਹੀਂ ਹੋਣਗੇ। ਸਾਰੀ ਦੁਨੀਆ ਨੂੰ ਕੂਟਨੀਤੀ ਦੇ ਤੌਰ ਤੇ ਵਿੱਚ ਪੈਣਾ ਚਾਹੀਦਾ ਹੈ। ਯੂਐਨਓ ਨੂੰ ਹੋਰ ਜ਼ੋਰ ਦੇਣਾ ਚਾਹੀਦਾ ਹੈ, ਮਜ਼ਬੂਤੀ ਨਾਲ ਅੱਗੇ ਆਉਣਾ ਚਾਹੀਦਾ ਯੂਐਨਓ ਨੂੰ, ਤੇ ਭਾਰਤ ਵਰਗੇ ਦੇਸ਼ ਨੂੰ ਹੋਰ ਅੱਗੇ ਆਉਣਾ ਚਾਹੀਦਾ ਹੈ। ਇਹ ਨਹੀਂ ਤਾਂ ਦੁਨੀਆ ਦਾ ਕੀ ਹੋਏਗਾ ਪਤਾ ਨਹੀਂ। ਪਰਮਾਣੂ ਯੁੱਧ ਵੱਲ ਨਾ ਚਲੀ ਜਾਏ ਦੁਨੀਆ। ਇਹ ਬਹੁਤ ਹੀ ਗੰਭੀਰ ਸਥਿਤੀ ਹੈ, ਉਸ ਤੋਂ ਬਚਣਾ ਅਤੀ ਜ਼ਰੂਰੀ ਹੈ। ਇਸ ਨੇ ਇੱਕ ਦੁਨੀਆ ਵਿੱਚ ਅੱਜ ਚਰਚਾ ਦਾ, ਇਹ ਤਾਂ ਵੱਡੀ ਚਰਚਾ ਦਾ ਮੁੱਦਾ ਹੋਣਾ ਚਾਹੀਦਾ ਹੈ ਕਿ ਯੂਕਰੇਨ ਸੰਕਟ ਨੂੰ ਤੇ ਰੂਸ ਦੇ ਵਿੱਚ ਜੋ ਤਣਾਅ ਉਸਨੂੰ ਸਮਾਪਤ ਕਰਨਾ ਹੈ, ਉਹਨੂੰ ਟਾਲਣਾ ਹੈ। ਇਸ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਸਰਕਾਰਾਂ ਦੀ ਰੋਲ ਤੇ ਆਮ ਜਨਤਾ ਨੂੰ ਬਹੁਤ ਵੱਡੀ ਭੂਮਿਕਾ ਅਦਾ ਕਰਨ ਦੀ ਲੋੜ ਹੈ। ਥਾਂ ਪਰ ਥਾਂ ਤੇ ਮੁਜ਼ਾਹਰੇ ਵੀ ਕਰਨੇ ਚਾਹੀਦੇ ਹਨ। ਅਲੱਗ-ਅਲੱਗ ਸਮੇਂ ਤੇ ਜਿਵੇਂ ਜਿਵੇਂ ਸਮਾਂ ਬੀਤਦਾ ਹੈ, ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਹੀਂ ਤਾਂ ਜੰਗ ਦੇ ਖਿਲਾਫ ਲੋਕ ਲਹਿਰ ਖੜੀ ਕਰਨੀ ਚਾਹੀਦੀ, ਤੁਹਾਡਾ ਕਹਿਣ ਦਾ ਮਤਲਬ ਬਿਲਕੁਲ ਇਹ ਹੈ? ਲੋਕ ਲਹਿਰ ਖੜੀ ਕਰਨੀ ਚਾਹੀਦੀ ਹੈ। ਬਿਲਕੁਲ। ਤੁਸੀਂ ਦੇਖੋ ਜੋ ਇਰਾਕ ਤੇ ਹਮਲਾ ਹੋਇਆ ਸੀ, ਭਾਵੇਂ ਹਮਲਾ ਹੋਇਆ, ਉਹਨਾਂ ਹਟੇ ਨਹੀਂ ਹੋ, ਲੇਕਿਨ ਬਹੁਤ ਥਾਵਾਂ ਤੇ ਬਹੁਤ ਵੱਡੇ ਮੁਜ਼ਾਹਰੇ ਵੀ ਹੋਏ। ਅੱਜ ਵੀ ਹੋਣੇ ਚਾਹੀਦੇ ਨੇ ਵੀ ਸ਼ਾਂਤੀ ਬਣਾ ਕੇ ਰੱਖੋ, ਜੋ ਵੀ ਗੱਲਬਾਤ ਹੈ ਬੈਠ ਕੇ ਹੱਲ ਕਰੋ। ਇਸ ਗੱਲ ਤੇ ਮੁਜ਼ਾਹਰੇ, ਚਲੋ ਇੱਕਦਮ ਮੁਜ਼ਾਹਰੇ ਨਹੀਂ ਹੁੰਦੇ, ਪਹਿਲੇ ਕੋਈ ਸੈਮੀਨਾਰ ਆਇਆ, ਛੋਟੇ ਪੱਧਰ ਤੇ ਮੁਜ਼ਾਹਰੇ ਹੋਣ, ਫਿਰ ਬਾਅਦ ਵਿੱਚ ਵੱਡੇ ਪੱਧਰ ਤੇ ਮੁਜ਼ਾਹਰੇ। ਇਹ ਸਾਰਾ ਕੁਝ ਕਰਨਾ ਪਏਗਾ ਜੀ। ਸਰਕਾਰਾਂ ਤੇ ਦਬਾਅ ਪਾਉਣਾ ਪਏਗਾ, ਇਹ ਜਿਹੜੀਆਂ ਵੱਡੀਆਂ ਤਾਕਤਾਂ ਉਹਨਾਂ ਤੇ ਦਬਾਅ ਪਾਉਣਾ ਪਏਗਾ, ਤਾਂ ਜੋ ਇਹ ਜਿਹੜੀ ਲੜਾਈ ਹੈ ਜਾਂ ਪਰਮਾਣੂ ਜੰਗ ਵੱਲ ਨਾ ਵਧੇ, ਖਤਰਾ ਜਿਹੜਾ ਮਨੁੱਖਤਾ ਤੇ ਵੱਧ ਰਿਹਾ ਹੈਗਾ, ਉਸ ਨੂੰ ਟਾਲਿਆ ਜਾ ਸਕੇ। ਬਿਲਕੁਲ ਬਹੁਤ ਜ਼ਰੂਰੀ ਹੈ। ਨਹੀਂ ਤੇ ਪਤਾ ਨਹੀਂ ਮਨੁੱਖਤਾ ਰਹੇਗੀ ਵੀ ਕਿੰਨੀ ਨਹੀਂ ਰਹੇਗੀ। ਦੇਖੋ ਅਧਿਐਨ ਦੇ ਮੁਤਾਬਕ ਜੇ ਹੁਣ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਲੜਾਈ ਹੋਏ ਤੇ 100 ਦੇ ਕਰੀਬ ਦੋਨੋਂ ਕੋਲ ਪਰਮਾਣੂ ਹਥਿਆਰ ਹਨ। ਇੱਕ ਹਾਈਪੋਥੈਟੀਕਲ ਸਟੱਡੀ ਹੈ, ਅਗਰ ਉਹ ਵਰਤੇ ਜਾਣ ਤਾਂ 2 ਅਰਬ ਲੋਕਾਂ ਦਾ ਜੀਵਨ ਖਤਰੇ ਵਿੱਚ ਪੈ ਜਾਏਗਾ। ਪਰ ਜੇ ਰੂਸ ਤੇ ਅਮਰੀਕਾ ਦੇ ਵਿੱਚ ਹੋ ਗਈ, ਫਿਰ ਤੇ ਜਿੰਨੀ ਵੀ ਸਾਡੀ ਸਭਿਅਤਾ ਹੈ, ਜੋ ਮਾਨਵ ਜਾਤੀ ਦੀ ਕਰੀਬ 60,000 ਸਾਲ ਪੁਰਾਣੀ ਸਭਿਅਤਾ,
ਇਹ ਸਮਾਪਤ ਹੋ ਜਾਏਗੀ। ਇਹ ਤਾਂ ਪੂਰਾ ਖਤਰਾ ਹੈ, ਕਿਉਂਕਿ ਦੁਨੀਆ ਵਿੱਚ ऐसे हालात बन जाएंगे कि ये तो निकलना बहुत औखा हो जाएगा, फिर पता नहीं की बनेगा।